This video is about students who are not getting their desired IELTS scores. ਉਹਨਾਂ ਸਟੂਡੈਂਟਸ ਦੇ ਲਈ ਇਹ ਵੀਡੀਓ ਜਿਨ੍ਹਾਂ ਦੇ ਆਪਣੀ ਡਿਜ਼ਾਇਰ ਦੇ ਨਾਲ ਬੈਂਡ ਸਕੋਰ ਨਹੀਂ ਆ ਰਹੇ। ਤੁਸੀਂ ਕਾਫੀ ਵਾਰ ਟਰਾਈ ਕਰ ਲਿਆ। ਵਨ ਥਿੰਗ ਇਜ਼ ਦੇਅਰ, ਅਸਲ ਦੇ ਵਿੱਚ ਜਦੋਂ ਆਪਾਂ IELTS ਕਰਨਾ ਸਟਾਰਟ ਕਰਦੇ ਹਾਂ ਉਹਦੇ ਤੋਂ ਪਹਿਲਾਂ ਆਪਾਂ ਇੰਗਲਿਸ਼ ਸਿੱਖਦੇ ਹਾਂ। ਜਾਂ ਤਾਂ ਆਪਾਂ ਗ੍ਰਾਮਰ ਦੀ ਕਲਾਸ ਲਗਾਉਂਦੇ ਹਾਂ ਜਾਂ ਆਪਣੀ ਪਹਿਲਾਂ ਹੀ ਇੰਗਲਿਸ਼ ਗੁੱਡ ਹੁੰਦੀ ਆ। ਜਿਹੜੀ ਗ੍ਰਾਮਰ ਦੀ ਕਲਾਸ ਲਗਾਉਂਦੇ ਆ, ਜਿਹੜਾ ਪੜ੍ਹਾਉਣ ਦਾ ਤਰੀਕਾ ਉਹਦੇ ਵਿੱਚ ਉਹ ਥੋੜ੍ਹਾ ਡਿਫਰੈਂਟ ਆ। ਫਸਟ ਆਫ ਆਲ ਤਾਂ ਆਪਾਂ ਨੂੰ ਕਿਸੇ ਵੱਲੋਂ ਐਡਵਾਈਸ ਨਹੀਂ ਕੀਤਾ ਜਾਂਦਾ ਕਿ ਤੁਸੀਂ ਪਹਿਲਾਂ ਆਪਣੀ ਇੰਗਲਿਸ਼ ਨੂੰ ਥੋੜ੍ਹਾ ਸਟਰੋਂਗ ਕਰ ਲਓ ਤਾਂ ਤੁਹਾਡੇ ਚਾਂਸ ਜ਼ਿਆਦਾ ਵੱਧ ਜਾਣਗੇ, ਰਾਈਟ। ਕਿਉਂਕਿ ਉਹਦੇ 'ਚ ਸੈਂਟੈਂਸ ਵੇਰੀਏਸ਼ਨ ਚਾਹੀਦੀ ਹੁੰਦੀ ਆ, ਥੋੜ੍ਹੀ ਤੇਜ਼ੀ ਚਾਹੀਦੀ ਆ ਸੈਂਟੈਂਸ ਬਣਾਉਣ ਦੇ ਵਿੱਚ। ਬਿਕੋਜ਼ ਗ੍ਰਾਮਰ ਦੀ ਕਲਾਸ ਕੈਨ ਓਨਲੀ ਗਿਵ ਦੈਮ 2000, 2500 ਔਰ 3000, ਸਿਰਫ 2-3 ਹਜ਼ਾਰ ਹੀ ਹੁੰਦੇ ਆ। ਤਾਂ ਇਹਦੀ ਕਰਕੇ ਨਾ ਕੋਈ ਜ਼ਿਆਦਾ ਸੁਜੈਸਟ ਨਹੀਂ ਕਰਦਾ ਕਿ ਗ੍ਰਾਮਰ ਦੀ ਕਲਾਸ ਲਗਾ ਲਓ। ਵੇਅਰ ਐਜ਼ IELTS ਦੀ ਫੀਸ ਤੁਹਾਨੂੰ ਪਤਾ ਜ਼ਿਆਦਾ ਹੁੰਦੀ ਆ। ਵਨ ਥਿੰਗ। ਨੰਬਰ 2 ਦੇ ਉੱਤੇ ਜਦੋਂ ਆਪਾਂ IELTS ਕਰਨ ਵੀ ਲੱਗ ਜਾਂਦੇ ਹਾਂ ਤਾਂ ਉਹਦੇ 'ਚ ਪੜ੍ਹਾਉਣ ਦਾ ਤਰੀਕਾ ਇੰਨਾ ਕੁ ਆਊਟਡੇਟਡ ਆ, ਉਹ ਅੱਜ ਕੱਲ੍ਹ ਚੱਲ ਹੀ ਨਹੀਂ ਸਕਦਾ। ਜਿਹੜੇ ਵੇਅ ਦੇ ਨਾਲ ਆਪਾਂ ਨੂੰ ਗ੍ਰਾਮਰ ਸਿਖਾਈ ਜਾਂਦੀ ਆ ਉਹ ਸਿਰਫ ਸੈਂਟਰ ਦੇ ਅੰਦਰ ਹੀ ਕੰਮ ਕਰਦਾ ਵਾ। ਕਿ ਤੁਸੀਂ ਵੀ ਗ੍ਰਾਮਰ ਸਿੱਖੀ ਸੀ ਐਂਡ ਫਿਰ ਵੀ ਤੁਹਾਡੇ ਜਿਹੜੇ ਸੈਂਟੈਂਸਸ ਨੇ ਜ਼ਿਆਦਾ ਉਹ ਰੱਟੇ ਮਾਰੇ ਹੋਈ ਆ। ਡੈਸ਼ ਪਲੇ ਇੰਪੋਰਟੈਂਟ ਰੋਲ, ਇੰਡੀਆ ਇਜ਼ ਅ ਡਿਵਰਸ ਕੰਟਰੀ, ਕੋਈ ਵੀ ਚੀਜ਼ ਆ ਜਾਂਦੀ ਹੈ ਤੁਸੀਂ ਕਹਿੰਦੇ ਦੈਟ ਇਜ਼ ਵੈਰੀ ਬੈਨੀਫਿਸ਼ੀਅਲ। As IELTS is entirely dependent on English, let's first check what is the best way to learn English. ਕਿਉਂਕਿ IELTS ਸਾਰੇ ਇੰਗਲਿਸ਼ ਦੇ ਉੱਪਰ ਹੀ ਡਿਪੈਂਡ ਕਰਦੀ ਹੈ। ਸਭ ਤੋਂ ਪਹਿਲਾਂ ਆਪਾਂ ਚੈੱਕ ਕਰਦੇ ਹਾਂ ਕਿ ਇੰਗਲਿਸ਼ ਸਿੱਖਣ ਦਾ ਸਭ ਤੋਂ ਵਧੀਆ ਤਰੀਕਾ ਕੀ ਆ। ਐਵਰੀ ਈਅਰ ਬਹੁਤ ਬੱਚੇ ਤਰੀਕੇ ਨਾਲ ਇੰਗਲਿਸ਼ ਸਿੱਖਦੇ ਆ ਅਤੇ ਜੋ ਵੀ ਉਹਨਾਂ ਦਾ ਲਿਖਿਆ ਹੁੰਦਾ ਉਹਦੇ 'ਚੋਂ 70-80% ਸੈਂਟਰ ਦੁਆਰਾ ਰਟਾਈਆਂ ਹੋਈਆਂ ਲਾਈਨਾਂ। ਇੰਡੀਆ ਇਜ਼ ਅ ਡਿਵਰਸ ਕੰਟਰੀ, XYZ play important role in our life, they can do it easily with the help of, ਇੱਦਾਂ ਦੀਆਂ ਹੋਰ ਕਈ ਘਸ ਚੁੱਕੀਆਂ ਲਾਈਨਾਂ ਆਪਣੀ ਰਾਈਟਿੰਗ ਦੇ ਵਿੱਚ ਲਿਖੀਆਂ ਹੁੰਦੀਆਂ ਇਹੋ ਜਿਹੇ ਬੱਚਿਆਂ ਦੀਆਂ। ਪ੍ਰੋਬਲਮ ਕੀ ਆ, ਤੁਸੀਂ ਇੰਗਲਿਸ਼ ਫਸਟ ਆਫ ਆਲ ਤੁਹਾਡੀ ਇੰਗਲਿਸ਼ ਵੀਕ ਆ, ਤੁਸੀਂ ਆਪਦੀਆਂ ਲਾਈਨਾਂ ਨਹੀਂ ਬਣਾ ਸਕਦੇ। ਚਾਹੇ ਤੁਸੀਂ ਸਕੂਲ 'ਚੋਂ ਕਿਤੋਂ ਪੜ੍ਹ ਕੇ ਆਏ ਹੋ, ਚਾਹੇ ਤੁਸੀਂ ਕਿਤੇ ਗ੍ਰਾਮਰ ਦੀ ਕਲਾਸ ਲਗਾਈ ਆ, ਤੁਸੀਂ ਆਪਣੀ ਵਾਲੀ ਇੰਗਲਿਸ਼ ਜੋ ਤੁਹਾਡੇ ਮਾਈਂਡ 'ਚ ਚੱਲ ਰਿਹਾ ਵਾ ਉਹਦੀ ਤੁਸੀਂ ਇੰਗਲਿਸ਼ ਨਹੀਂ ਬਣਾ ਸਕਦੇ। ਫਿਰ ਤੁਸੀਂ ਕੀ ਕਰਦੇ ਆ, ਸੈਂਟਰ ਵੱਲੋਂ ਦਿੱਤੀਆਂ ਹੋਈਆਂ ਲਾਈਨਾਂ ਜਾਂ ਕਿਤੋਂ ਇੰਟਰਨੈਟ ਤੋਂ ਇੱਦਾਂ ਦੀਆਂ ਇੰਡੀਆ ਇਜ਼ ਅ ਡਿਵਰਸ ਕੰਟਰੀ, ਜਿਹੜੀ ਵੀ ਚੀਜ਼ ਆ ਗਈ ਡੈਸ਼ ਪਲੇ ਇੰਪੋਰਟੈਂਟ ਰੋਲ ਹੈ ਇਨ ਆਰ ਲਾਈਫ, ਰਾਈਟ। ਸਾਰਾ ਕੁਝ ਹੀ ਫਿਰ ਇੰਪੋਰਟੈਂਟ ਰੋਲ ਪਲੇ ਕਰਨ ਲੱਗ ਜਾਂਦਾ ਕਿਉਂਕਿ ਆਪਣੇ ਤੋਂ ਆਪਣੀ ਨਵੀਂ ਇੰਗਲਿਸ਼ ਬਣਾਈ ਨਹੀਂ ਜਾਂਦੀ, ਰਾਈਟ। ਪ੍ਰੋਬਲਮ ਕੀ ਆ, ਕਈ ਬੰਦਿਆਂ ਦੀ ਗ੍ਰਾਮਰ ਸਿੱਖੀ ਹੁੰਦੀ ਆ, ਉਹਨਾਂ ਦਾ ਵੀ ਇਹੀ ਹਾਲ ਹੁੰਦਾ ਵਾ। ਤੁਸੀਂ ਸਕੂਲਾਂ ਵਿੱਚ ਵੀ ਅਤੇ ਇੰਸਟੀਚਿਊਟਸ ਦੇ ਵਿੱਚ ਵੀ ਤੁਸੀਂ ਗ੍ਰਾਮਰ ਕਿਵੇਂ ਸਿੱਖੀ ਆ, ਚੁੱਕਾ ਹੈ, ਚੁੱਕਾ ਸੀ, ਚੁੱਕਾ ਹੋਵੇਗਾ, ਥਾ ਤੇ ਥੀ, ਕਰਦਾ ਹੈ, ਕਰਦੀ ਸੀ, ਕਲਾਸੀਕਲ ਮਿਊਜ਼ਿਕ ਨਹੀਂ ਕਰਦੇ ਹੁੰਦੇ ਜਿਵੇਂ ਥਾ ਤੇ ਥੀ, ਹਾਂ ਹੇ ਹੀ। ਇਹ ਜਿਹੜੇ ਵੀ ਗਾਣੇ 'ਚ ਗਾ ਕੇ ਆਏ ਹੋਏ ਆ ਗ੍ਰਾਮਰ ਦੀ ਕਲਾਸ ਦੇ ਵਿੱਚ, ਉਹ ਬੰਦੇ ਇੰਗਲਿਸ਼ ਦੇ ਸੈਂਟੈਂਸ ਇੰਨੇ ਵਧੀਆ ਨਹੀਂ ਬਣਾ ਸਕਦੇ। ਪ੍ਰੋਬਲਮ ਇਹ ਆ, ਚੁੱਕਾ ਹੈ, ਚੁੱਕਾ ਸੀ, ਚੁੱਕਾ ਹੋਵੇਗਾ। ਕੀ ਤੁਸੀਂ ਚੀਜ਼ ਕਿਤੇ ਘਰੇ ਬੋਲੀ ਆ ਮੈਂ ਰੋਟੀ ਖਾ ਚੁੱਕਾ ਹਾਂ? ਕੀ ਤੁਸੀਂ ਅੱਜ ਤੱਕ ਕਿਤੇ ਇਹ ਕਿਹਾ ਮੈਂ ਆਪਣਾ ਫੋਨ ਚਾਰਜ ਕਰ ਚੁੱਕਾ ਹਾਂ? ਜਾਂ ਜੋ ਆਪਾਂ ਹਿੰਦੀ ਬੋਲਦੇ ਹਾਂ, ਕੀ ਤੁਸੀਂ ਥਾ ਥੇ ਥੀ ਕਹਿੰਦੇ ਹੋ? ਕਰਦਾ ਹੈ, ਜਾਂਦਾ ਹੈ, ਖਾਂਦਾ ਹੈ, ਪੀਂਦਾ ਹੈ, ਆਪਾਂ ਬੋਲਦੇ ਹੀ ਨਹੀਂ ਹੈ ਇੱਦਾਂ, ਰਾਈਟ। ਇਹ ਸਾਰੀ ਜਿਹੜੀ ਇੰਗਲਿਸ਼ ਆ ਇਹ ਆਪਾਂ ਨੂੰ ਸਿਰਫ ਉਹ ਇੱਕ ਕਲਾਸਰੂਮ ਦੇ ਅੰਦਰ ਆਉਣੀ ਹੈ ਜਿੱਥੇ ਤੁਸੀਂ ਇੱਕ ਗ੍ਰਾਮਰ ਦੀ ਕਲਾਸ ਲਗਾਉਂਦੇ ਪਏ ਹੋ। ਉੱਥੇ ਜਿਹੜਾ ਮੈਡਮ ਨੇ ਤੇ ਸਰ ਨੇ ਤੁਹਾਨੂੰ ਪੇਜ ਦੇਣਾ ਵਾ, ਉੱਥੇ ਚੁੱਕਾ ਹੈ, ਚੁੱਕਾ ਸੀ, ਇਹ ਸਾਰਾ ਕੁਝ ਲਿਖਿਆ ਹੋਇਆ। ਉੱਥੇ ਤੁਸੀਂ ਖੁਸ਼ ਹੋ ਜਾਣਾ ਕਿ ਸਾਨੂੰ ਤਾਂ ਇੰਗਲਿਸ਼ ਆ ਗਈ। ਪਰ ਜਦੋਂ ਤੁਸੀਂ ਬਾਹਰਲੀ ਲਾਈਫ 'ਚ ਆਓਗੇ ਚੁੱਕਾ ਚੱਕਾ ਕੁਛ ਨਹੀਂ ਹੈਗਾ। ਆਈ ਡੋਂਟ ਥਿੰਕ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਬੰਦੇ ਕਹਿੰਦੇ ਹੋਣਗੇ ਮੈਂ ਆਪਣਾ ਫੋਨ ਚਾਰਜ ਕਰ ਚੁੱਕਾ ਹਾਂ। ਨੋ, ਸਹੀ ਯੂਜ਼ ਨਹੀਂ ਦੱਸਿਆ ਜਾਂਦਾ ਕਿ ਸਿੱਖਣੀ ਕਿਵੇਂ ਆ। ਪਾਸਟ ਇੰਡੈਫੀਨਿਟ ਦਾ ਯੂਜ਼ ਕੀ ਆ, ਕਿੱਥੇ ਯੂਜ਼ ਹੋਣੇ ਨੇ? ਐਕਸ਼ਨਸ ਦੈਟ ਹੈਪਨਡ ਇਨ ਦਾ ਪਾਸਟ ਐਂਡ ਹੈਵ ਨੋ ਇੰਪੈਕਟ ਔਨ ਪ੍ਰੈਜ਼ੈਂਟ। ਕੋਈ ਵੀ ਕੰਮ ਜਿਹੜਾ ਪਾਸਟ ਦੇ ਵਿੱਚ ਹੋਇਆ ਪਰ ਉਹਦਾ ਇੰਪੈਕਟ ਨਹੀਂ ਹੈਗਾ ਪ੍ਰੈਜ਼ੈਂਟ ਦੇ ਉੱਤੇ।
ਕੱਲ੍ਹ ਤੁਸੀਂ ਜੋ ਵੀ ਕੁਛ ਕੀਤਾ ਸੀ ਉਹਦਾ ਪ੍ਰਭਾਵ ਨਹੀਂ ਹੈਗਾ ਹੁਣ ਤੁਹਾਡੀ ਲਾਈਫ ਦੇ ਉੱਤੇ। ਸਾਰਾ ਕੁਛ ਪਾਸਟ ਇੰਡੈਫੀਨਿਟ ਆ। ਜਿੰਨੇ ਵੀ ਕੰਮ ਹੁੰਦੇ ਸੀ, ਫੋਨ ਚਾਰਜ ਕੀਤਾ, ਕੁਛ ਤੋੜਿਆ ਸੀ, ਕੁਛ ਜੋੜਿਆ ਸੀ, ਵਾਟ ਐਵਰ ਯੂ ਡਿਡ, ਸਾਰਾ ਕੁਛ ਕੀ ਆ, ਪਾਸਟ ਇੰਡੈਫੀਨਿਟ। ਇੱਕ ਕੰਡੀਸ਼ਨ ਆ, ਉਹਦਾ ਤੁਹਾਡੇ ਪ੍ਰੈਜ਼ੈਂਟ ਦੇ ਉੱਤੇ ਕੋਈ ਇੰਪੈਕਟ ਨਹੀਂ ਹੋਣਾ ਚਾਹੀਦਾ। ਪ੍ਰੈਜ਼ੈਂਟ ਇੰਡੈਫੀਨਿਟ, ਰੈਗੂਲਰ ਐਕਸ਼ਨਸ, ਜਿਹੜੇ ਕੰਮ ਤੁਸੀਂ ਡੇਲੀ ਕਰਦੇ ਹੋ। ਆਈ ਗੋ ਟੂ ਜਿਮ ਐਵਰੀ ਡੇ, ਆਈ ਰੀਡ ਇੰਗਲਿਸ਼ ਐਵਰੀ ਡੇ, ਮੈਂ ਰੋਜ਼ ਇੰਗਲਿਸ਼ ਪੜ੍ਹਦਾ, ਮੈਂ ਰੋਜ਼ ਜਿਮ ਜਾਂਦਾ ਹੈ, ਖਾਂਦਾ ਹੈ, ਪਾਉਂਦਾ ਹੈ। ਇਹ ਤਾਂ ਬੋਲਿਆ ਨਹੀਂ ਮੈਂ ਰੋਜ਼ ਜਿਮ ਜਾਂਦਾ। ਕੁਛ ਪ੍ਰੈਕਟੀਕਲ ਲੱਗ ਰਿਹਾ ਤੁਹਾਨੂੰ। ਫਿਊਚਰ ਇੰਡੈਫੀਨਿਟ, ਐਕਸ਼ਨਸ ਦੈਟ ਵਿਲ ਟੇਕ ਪਲੇਸ ਇਨ ਫਿਊਚਰ, ਕੋਈ ਵੀ ਕੰਮ ਜਿਹੜੇ ਫਿਊਚਰ ਦੇ ਵਿੱਚ ਹੋਣਗੇ। ਇਹ ਕਿਹਦੇ 'ਚ ਆਉਣਗੇ? ਫਿਊਚਰ ਇੰਡੈਫੀਨਿਟ ਦੇ ਵਿੱਚ। ਇਹ ਹੈਗਾ ਸਹੀ ਤਰੀਕਾ ਸਿੱਖਣ ਦਾ, ਆਹ ਹੈਗਾ ਗਲਤ ਤਰੀਕਾ। ਇਹਦੇ 'ਚ ਦੀ ਆਪਾਂ ਨੂੰ ਲੱਗਦਾ ਤਾਂ ਹੈ ਚੁੱਕਾ ਹੈ, ਸੈਂਟਰ 'ਚ ਆਉਂਦੀ ਹੁੰਦੀ ਆ, ਸੈਂਟਰ ਦੇ ਦਰਵਾਜ਼ਾ ਬਾਹਰ ਨਿਕਲੋ, ਕੋਈ ਇੰਗਲਿਸ਼ ਦਾ ਸੈਂਟੈਂਸ ਨਹੀਂ ਬਣਾਉਣਾ ਆਉਂਦਾ। ਮਜਬੂਰੀ ਦੇ ਤੌਰ 'ਤੇ ਫਿਰ ਤੁਸੀਂ ਕੀ ਕਰੋਗੇ? ਤੁਸੀਂ ਲਾਈਨਾਂ ਦੇ ਮਾਰੋਗੇ ਰੱਟੀ। ਸੋ ਡੋਂਟ ਲਰਨ ਇੰਗਲਿਸ਼ ਇਨ ਦਿਸ ਵੇ। ਇਹਦੇ ਵਿੱਚ ਨਾ ਕੋਈ ਰਾਮ ਨਹੀਂ ਆਉਣਾ, ਐਲਸ ਦੇ ਵਿੱਚ ਕੋਈ ਸ਼ਾਮ ਨਹੀਂ ਆਉਣਾ। ਪ੍ਰੈਕਟੀਕਲ ਵੇ ਦੇ ਵਿੱਚ ਇੰਗਲਿਸ਼ ਸਿੱਖਣੀ ਪੈਣੀ ਆ। ਐਂਡ ਜਿਹੜਾ ਤੁਸੀਂ ਇਹ ਕ੍ਰੈਮਡ ਕਰਦੇ ਪਏ ਉਹਨਾਂ ਲਾਈਨਾਂ ਨੂੰ, ਇੰਡੀਆ ਇਜ਼ ਅ ਡਾਈਵਰਸ ਕੰਟਰੀ, ਐਵਰੀਥਿੰਗ ਪਲੇ ਇੰਪੋਰਟੈਂਟ ਰੋਲ, ਜਾਂ ਹੋਰ ਜਿੰਨੀਆਂ ਰੱਟੇ ਮਾਰੀਆਂ ਹੋਈਆਂ ਲਾਈਨਾਂ, ਇਹ ਤੁਹਾਡੇ ਤੋਂ ਪਹਿਲਾਂ ਬਹੁਤ ਜਾਣਿਆਂ ਨੇ ਟਰਾਈ ਕਰਕੇ ਛੱਡਤੀਆਂ। ਇਹ ਚੀਜ਼ਾਂ ਹੈਲਪਫੁਲ ਨਹੀਂ ਹਨ। ਇਟਸ ਨਾਟ 10th ਐਗਜ਼ਾਮ, ਇਹ ਕੋਈ 10th ਦਾ ਐਗਜ਼ਾਮ ਨਹੀਂ ਹੈਗਾ ਜਿਹਦੇ ਵਿੱਚ ਆਪਾਂ ਅੱਧੀ ਕੁ ਲਾਈਨ ਮੂਹਰੋਂ ਕੱਟਤੀ, ਅੱਧੀ ਕੁ ਲਾਈਨ ਐਂਡ ਤੋਂ ਕੱਟਤੀ ਅਤੇ ਆਪਾਂ ਪਾਸ ਹੋ ਜਾਵਾਂਗੇ, ਰਾਈਟ। ਇਹ ਪਿਓਰ ਇੱਕ ਇੰਗਲਿਸ਼ ਦਾ ਐਗਜ਼ਾਮ ਆ। ਸੋ ਇਹ ਚੀਜ਼ਾਂ ਬਾਰੇ ਆਪਾਂ ਨੂੰ ਸੋਚਣਾ ਚਾਹੀਦਾ ਵਾ ਜਿੱਥੇ ਵੀ ਤੁਸੀਂ ਪੜ੍ਹਦੇ ਪਏ ਹੋ। ਇਹ ਚੀਜ਼ਾਂ ਇੰਟਰਨੈਟ ਦੇ ਉੱਪਰ ਆਈ ਵੁੱਡ ਸੇ ਕਿ ਇਹ ਚੀਜ਼ਾਂ ਕਿਤੇ ਆਪਾਂ ਨੂੰ ਜਾਣ ਦੀ ਬਾਹਰ ਜ਼ਰੂਰਤ ਹੀ ਨਹੀਂ ਹੈ। ਇੰਟਰਨੈਟ ਉੱਪਰ ਅਵੇਲੇਬਲ ਪਈਆਂ ਨੇ। ਕਿਸੇ ਚੀਜ਼ ਨੂੰ ਪ੍ਰੈਕਟੀਕਲ ਵੇ ਦੇ ਵਿੱਚ ਸਿੱਖੋ, ਰਾਈਟ। ਜਿੰਨਾ ਤੁਸੀਂ ਐਲਸ ਤੋਂ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕਰੋਗੇ ਉਨਾ ਹੀ ਤੁਹਾਡਾ ਕੰਮ ਖਰਾਬ ਹੋਊਗਾ। ਜਿੰਨਾ ਤੁਸੀਂ ਵਿੱਚ ਪੜ੍ਹ ਕੇ ਪ੍ਰੈਕਟੀਕਲ ਤਰੀਕੇ ਨਾਲ ਸਿੱਖਣ ਦੀ ਕੋਸ਼ਿਸ਼ ਕਰੋਗੇ ਉਨਾ ਤੁਹਾਡਾ ਫਾਇਦਾ ਹੋਏਗਾ। ਸੋ ਬਿਫੋਰ ਯੂ ਅਟੈਂਡ ਐਨੀ ਐਲਸ ਕਲਾਸ, ਫਸਟ ਆਫ ਆਲ ਮੇਕ ਸ਼ੋਰ ਯੂਅਰ ਸੈਂਟੈਂਸ ਫਾਰਮੇਸ਼ਨ ਇਜ਼ ਫਾਸਟ। ਤੁਹਾਡੀ ਸੈਂਟੈਂਸ ਫਾਰਮੇਸ਼ਨ ਫਾਸਟ ਹੋਣੀ ਚਾਹੀਦੀ ਆ। ਸਪੀਕਿੰਗ ਦੇ ਵਿੱਚ, ਰਾਈਟਿੰਗ ਦੇ ਵਿੱਚ ਤੁਹਾਡੇ ਕੋਲ ਲਿਮਿਟਡ ਟਾਈਮ ਹੁੰਦਾ, ਸਪੈਸ਼ਲੀ ਸਪੀਕਿੰਗ ਦੇ ਵਿੱਚ। ਤਾਂ ਜੇ ਤੁਹਾਡੇ ਤੋਂ ਸਲੋ ਸੈਂਟੈਂਸ ਬਣਦੇ ਨੇ ਫਿਰ ਤੁਸੀਂ ਛੱਤ ਵੱਲ ਦੇਖੋਗੇ ਜਾਂ ਇੱਧਰ ਉੱਧਰ ਨਜ਼ਰਾਂ ਚਰਾਓਗੇ, ਰਾਈਟ। ਤਾਂ ਉਹ ਤੁਸੀਂ ਇਹ ਚੀਜ਼ ਘਰੇ ਬੈਠ ਕੇ ਕਰ ਸਕਦੇ ਆ, ਜਾਂ ਜੋ ਤੁਸੀਂ ਗ੍ਰਾਮਰ ਦੀ ਕਲਾਸ ਸਿੱਖਦੇ ਆ ਉਹਦੇ 'ਚ ਆਪਣੀ ਸੈਂਟੈਂਸ ਫਾਰਮੇਸ਼ਨ ਫਾਸਟ ਕਰੋ, ਕਿਉਂਕਿ ਜਦੋਂ ਤੁਹਾਡੇ ਤੋਂ ਸਪੀਕਿੰਗ ਦੇ ਵਿੱਚ ਕਿਸੇ ਨੇ ਕੁਐਸਚਨ ਪੁੱਛ ਲਿਆ ਉੱਥੇ ਤੁਸੀਂ ਬੈਠ ਕੇ ਫਿਰ ਰੂਲਸ ਵਗੈਰਾ ਨਹੀਂ ਯਾਦ ਕਰ ਸਕਦੇ। ਸੈਕਿੰਡ, ਮੇਕ ਸ਼ੋਰ ਯੂ ਹੈਵ ਅ ਵੈਰਾਈਟੀ ਆਫ ਸੈਂਟੈਂਸ ਫਾਰਮੇਸ਼ਨ। ਵੇਰੀਏਸ਼ਨ ਹੋਣੀ ਚਾਹੀਦੀ ਆ। ਜਿਵੇਂ ਮਾਈ ਫਰੈਂਡ ਲਿਖਿਆ ਹੀ ਸ਼ੀ, ਇੱਦਾਂ ਦੇ ਸੈਂਟੈਂਸ ਨਹੀਂ ਚੱਲਣੇ ਇਹਦੇ ਵਿੱਚ। ਅਲੱਗ-ਅਲੱਗ ਤਰੀਕੇ ਦੇ ਸੈਂਟੈਂਸ ਸਿੱਖੋ। ਕੰਡੀਸ਼ਨਲ ਕਿਹੜੇ ਹੁੰਦੇ ਆ, ਕੰਪਾਊਂਡ ਕਿਹੜੇ ਹੁੰਦੇ ਆ, ਆਪਣੇ ਟੀਚਰਸ ਤੋਂ ਪੁੱਛੋ, ਰਾਈਟ। ਯੂਜ਼ ਟੂ ਐਲਸ ਮਟੀਰੀਅਲ, ਪਹਿਲਾਂ ਹੀ ਤੁਸੀਂ ਯੂਜ਼ ਟੂ ਹੋ ਸਕਦੇ ਐਲਸ ਮਟੀਰੀਅਲ ਦੇ। ਤੁਹਾਡਾ ਠੀਕ ਲੈਵਲ ਬਣ ਗਿਆ ਇੰਗਲਿਸ਼ ਦੇ ਵਿੱਚ। ਫਸਟ ਆਫ ਆਲ ਤਾਂ ਸਾਰਾ ਆਪਣਾ ਐਫਰਟ, ਸਾਰਾ ਜ਼ੋਰ ਲਗਾਓ ਆਪਣਾ ਇੰਗਲਿਸ਼ ਸਿੱਖਣ 'ਤੇ। ਉਹ ਤੋਂ ਬਾਅਦ ਤੁਹਾਨੂੰ ਪਤਾ ਲੱਗ ਗਿਆ ਵੀ ਮੈਂ ਹੁਣ ਐਵਰੇਜ ਤੋਂ ਉੱਪਰ ਆ, ਤਾਂ ਫਿਰ ਤੁਸੀਂ ਥੋੜ੍ਹਾ ਆਪਣਾ ਪ੍ਰੈਸ਼ਰ ਨੂੰ ਥੋੜ੍ਹਾ ਵਧਾ ਸਕਦੇ ਆ, ਆਪਣਾ ਕੰਮ ਨੂੰ ਵਧਾ ਸਕਦੇ ਆ। ਕਿਵੇਂ? ਆਇਲਸ ਮਟੀਰੀਅਲ ਦੇ ਨਾਲ ਯੂਜ਼ ਟੂ ਹੋ ਜਾਓ। ਵੈਬਸਾਈਟਸ ਨੇ ਕਾਫੀ, ਸਾਡੀ ਵੈਬਸਾਈਟ ਮੈਂ ਲਿੰਕ ਦੇ ਵਿੱਚ ਦੇ ਦਿੰਦਾ, ਤੁਸੀਂ ਉਹਦੇ ਤੋਂ ਜਾ ਕੇ ਐਸੇ ਰੀਡ ਕਰ ਸਕਦੇ ਹੋ, ਟਾਸਕ 1 ਰੀਡ ਕਰ ਸਕਦੇ ਹੋ। ਤੁਹਾਨੂੰ ਆਇਲਸ ਦੀ ਅੱਧੀ ਰਾਈਟਿੰਗ ਦੇ ਬਾਰੇ ਉੱਥੋਂ ਆਈਡੀਆ ਹੋ ਜਾਣਾ। ਜਦੋਂ ਫਿਰ ਤੁਸੀਂ ਆਇਲਸ ਦੀ ਕਲਾਸ ਲਗਾਓਗੇ ਤਾਂ ਤੁਸੀਂ ਬਾਕੀਆਂ ਨਾਲੋਂ ਪ੍ਰੋਐਕਟਿਵ ਹੋਵੋਗੇ, ਤੁਹਾਨੂੰ ਪਹਿਲਾਂ ਹੀ ਕਾਫੀ ਚੀਜ਼ਾਂ ਦਾ ਪਤਾ ਹੋਊਗਾ। ਆਇਲਸ ਲਿਸਨਿੰਗ YouTube 'ਤੇ ਫ੍ਰੀ 'ਚ ਅਵੇਲੇਬਲ ਨੇ, ਰਾਈਟ। ਜ਼ਰੂਰੀ ਨਹੀਂ ਹੈ ਵੀ ਇਹ ਸਾਰਾ ਕੁਛ ਸੈਂਟਰ ਦੇ ਵਿੱਚ ਜਾ ਕੇ ਪੈਸੇ ਦੇ ਕੇ ਹੋਣਾ। ਮੈਂ ਲਿਸਨਿੰਗ ਤਾਂ ਘਰੇ ਬੈਠ ਕੇ ਵੀ ਆਪਾਂ ਇੰਪਰੂਵ ਕਰ ਸਕਦੇ ਹਾਂ। ਇਹ 'ਚ ਟੀਚਰ ਦੀ ਜ਼ਿਆਦਾ ਰਿਸਪੋਂਸੀਬਿਲਿਟੀ, ਕੋਈ ਖਾਸ ਕੰਮ ਨਹੀਂ ਹੈਗਾ ਉਹਦੇ ਵਿੱਚ। ਤਾਂ ਇਹ ਵਾਲੀਆਂ ਚੀਜ਼ਾਂ ਨੇ। ਅੱਜ ਕੱਲ੍ਹ ਟਾਈਮ ਬਹੁਤ ਐਡਵਾਂਸ ਆ, ਬਹੁਤ ਚੀਜ਼ਾਂ ਘਰੇ ਸਿੱਖੀਆਂ ਜਾ ਸਕਦੀਆਂ ਨੇ। ਐਂਡ ਬਹੁਤ ਚੀਜ਼ਾਂ ਆਇਲਸ ਦੇ ਵਿੱਚ, ਮੈਂ ਕਹੂੰਗਾ ਤੁਹਾਡੇ ਆਇਲਸ ਦੇ ਵਿੱਚ ਕਿੰਨੇ ਸਕੋਰ ਆਉਣੇ ਨੇ ਤੁਹਾਡੀ ਗ੍ਰਾਮਰ ਦੀ ਕਲਾਸ ਦੇ ਵਿੱਚ ਡਿਸਾਈਡ ਹੋ ਸਕਦੀ ਹੈ ਇਹ ਚੀਜ਼, ਰਾਈਟ। ਵੇਰੀਏਸ਼ਨ ਸਟਾਰਟਿੰਗ ਉੱਥੋਂ ਹੋਣਾ, ਨੀਂਹ ਪੱਥਰ ਆ ਜਿਹੜਾ ਉੱਤੇ ਰੱਖਿਆ ਜਾਣਾ ਵਾ। ਸੋ ਮੇਕ ਸ਼ੋਰ ਯੂ do a lot of efforts in your grammar class and teaching ways ਨੇ ਜਿਹੜੇ, ਜਾਂ ਤੁਹਾਡੇ ਲਰਨਿੰਗ ਵੇ ਨੇ ਜਿਹੜੇ, ਉਹ ਚੁੱਕੇ ਚੱਕੇ ਵਾਲੇ ਚੱਕਰਾਂ 'ਚ ਨਾ ਪਿਓ। ਫਿਰ ਤੁਸੀਂ ਰੱਟੇ ਮਾਰੋਗੇ, ਕਿਉਂਕਿ ਆਪ ਦੀ ਜਿਹੜੀ ਤੁਹਾਡੇ ਮਨ ਦੇ ਵਿੱਚ ਹੋਊਗੀ। ਮੈਂ ਦੇਖਿਆ ਲੋਟ ਆਫ ਸਟੂਡੈਂਟਸ ਮੈਨੂੰ ਕਹਿੰਦੇ ਆ ਕਿ ਸਾਡੇ ਮਨ ਦੇ ਵਿੱਚ ਜੋ ਚੀਜ਼ ਚੱਲਦੀ ਆ ਨਾ ਉਹ ਲਿਖੀ ਨਹੀਂ ਜਾਂਦੀ। ਕਿਉਂ ਨਹੀਂ ਲਿਖੀ ਜਾਂਦੀ? ਚੁੱਕਾ ਹੈ, ਚੁੱਕਾ ਸੀ, ਥਾ ਤੇ ਥੀ। ਤਾਂ ਉਹ ਚੀਜ਼ਾਂ ਤੋਂ ਬਚੋ, ਰਾਈਟ। All the very best.